सतनाम श्री वाहिगुरु साहिब जीओ। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। श्री राग महला पंजवा। तिचर वसै सुहेलड़ी जिचर साथी नाल। जां साथी उठ चलिया तां धन खाकू राल। मन बैराग पया दर्शन देखणे का चाओ। धन सो तेरा थान रहाओ। जिचर वसिया कंत घर जियो जियो सब कहात। जां उठी चलसी कंतड़ा तां कोई न पुछै तेरी बात। पेयड़े सह सेव तू सहरड़ै मुखवास। पेयड़े सह सेव तू सहरड़ै सुखवास। गुर मिल चज आचार सिख तुद कदे ना लगै दुख। सबना सौहरै वंजना सब मुकला बुणहार। नानक धन सोहागणी जिन शै नाल प्यार। वाहिगुरु जी का खालसा वाहिगुरु जी की फतेह। जुगो जुग अटल चवर छत्र तख्त दे मालिक। हाजरा हजूर शब्द गुरु धन धन श्री गुरु ग्रंथ साहिब महाराज जी दी कोटान कोटान किरपा रहमत ते बख्शिश दे नाल हर रोज़ की तरह फेसबुक लाइव आडियो के माध्यम के राही ते ग्लोबल गुरबाणी विचार व्हाट्सएप ग्रुप के राही लड़ीवार धन धन साहिब श्री गुरु ग्रंथ साहिब जी की जो पावन लड़ीवार सतगुरु की कथा चल रही है, जिस दे विच श्री राग दे हुण तक 92 नंबर 92 नंबर शब्द तक विचार कर चुके हैं। अज का जिहड़ा शब्द आप जी ने हुणे हुणे सरवण किया है, ये 93 नंबर शब्द है श्री गुरु ग्रंथ साहिब जी महाराज जी दे विचों श्री राग दा ते पंजवें पातशाह धन धन साहिब श्री गुरु अर्जन देव जी महाराज जी दे पावन मुखार बिंद तो रसना तो उचारण होया है। श्री गुरु ग्रंथ साहिब जी दे पावन पन्ना नंबर है 50 तो 51 तक 50 तो लैके 51 तक। सो सतगुरु जी ने पावन शब्द दे विच मनुख नूं ये गल समझाउण दी कोशिश कीती है कि देख ऐ मनुख जिहड़ा तेरा ये जीवन है ना, ये परमात्मा दे हुक्म दे विच तैनूं मिले ते ये जीवन नित एक एक पल करके एक एक सैकंड करके बीतदा जा रहा है, खत्म हुंदा जा रहा है। तू अपने जीवन की संभाल कर, इस जीवन नूं सुहावना निर्मल ते पवित्र बना ते ओ बनना है
ਚੰਗੇ ਵਿਚਾਰਾਂ ਦੇ ਨਾਲ, ਗੁਰੂ ਦੀ ਦੱਸੀ ਮੱਤ ਨੂੰ ਲੈ ਕੇ, ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ, ਗੁਰੂ ਜੀ ਦੇ ਦੱਸੇ ਮਾਰਗ ਤੇ ਚੱਲ ਕੇ। ਕਿਉਂਕਿ ਜਦੋਂ ਮਨੁੱਖ ਨੂੰ ਇਹ ਅਹਿਸਾਸ, ਇਹ ਸਮਝ ਆਵੇਗੀ ਨਾ ਕਿ ਮੈਂ ਪਰਮਾਤਮਾ ਤੋਂ ਵਿਛੜਿਆ ਹਾਂ, ਮੇਰੀ ਆਤਮਾ ਨਿਰੰਕਾਰ ਦਾ ਰੂਪ ਹੈ, ਮੇਰੀ ਆਤਮਾ ਪਰਮਾਤਮਾ ਦੀ ਅੰਸ਼ ਹੈ, ਤੇ ਫਿਰ ਜ਼ਾਹਿਰਾ ਜੀ ਗੱਲ ਹੈ, ਫਿਰ ਇਹ ਆਤਮਾ ਪਰਮਾਤਮਾ ਨੂੰ ਚੇਤੇ ਕਰਨ ਲੱਗੇਗੀ ਤੇ ਇਹ ਆਤਮਾ ਪਰਮ ਆਤਮਾ ਦੇ ਵਿੱਚ ਲੀਨ ਹੋਣ ਵਾਸਤੇ ਤਿਆਰੀ ਕਰਨ ਲੱਗੇਗੀ। ਪਰ ਮਨੁੱਖ ਦੇ ਸੁਭਾਅ ਦੇ ਵਿੱਚ ਮਨੁੱਖ ਇਸ ਸੰਸਾਰ ਨੂੰ ਸਦੀਵੀ ਸਮਝ ਕੇ ਬੈਠਾ ਹੈ। ਅੱਜ ਦੇ ਸ਼ਬਦ ਵਿੱਚ ਸਤਿਗੁਰ ਨੇ ਇਸੇ ਭੁਲੇਖੇ ਨੂੰ ਤੋੜਨ ਦਾ ਯਤਨ ਕੀਤਾ ਹੈ, ਇਸੇ ਭਰਮ ਦੇ ਵਿੱਚੋਂ ਸਾਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਸੱਜ ਦੇ ਲੜੀਵਾਰ ਸਤਿਗੁਰ ਜੀ ਕੇ ਪਾਵਨ ਸ਼ਬਦ ਦੇ ਨਾਲ ਜੁੜੀਏ। ਸ਼ਬਦ ਦੇ ਰਹਾਉ ਦੇ ਬੰਦ ਨੇ, ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ। ਮਨ ਨੰਨੇ ਨੂੰ ਸਿਹਾਰੀ ਹੈ, ਭਾਵ ਅਰਥ ਨੇ ਮਨ ਦੇ ਵਿੱਚ। ਬੈਰਾਗ, ਬੈਰਾਗ ਦਾ ਅਰਥ ਹੈ ਪ੍ਰੇਮ। ਵਿਛੋੜੇ ਤੋਂ ਬੈਰਾਗ ਦੀ ਅਵਸਥਾ ਪ੍ਰਾਪਤ ਹੁੰਦੀ ਹੈ, ਚੇਤਾ ਰੱਖਿਓ। ਜਦੋਂ ਮਨੁੱਖ ਨੂੰ ਵਿਛੋੜੇ ਦਾ ਅਹਿਸਾਸ ਹੁੰਦਾ ਹੈ, ਉਦੋਂ ਸਮਝ ਆਉਂਦੀ ਹੈ ਕਿ ਦੂਜੇ ਨਾਲ ਕਿੰਨਾ ਪਿਆਰ ਹੈ। ਆਪਾਂ ਆਮ ਕਰਕੇ ਇੱਕ ਗੱਲ ਕਹਿੰਦੇ ਹਾਂ, ਜਦ ਤੱਕ ਕੋਈ ਸਾਡੇ ਕਰੀਬ ਹੈ ਅਸੀਂ ਨਹੀਂ ਇਹ ਜਾਣ ਸਕਦੇ ਕਿ ਸਾਡਾ ਉਹਦੇ ਨਾਲ ਕਿੰਨਾ ਪਿਆਰ ਆ। ਲੜਾਈਆਂ ਵੀ ਹੋਣਗੀਆਂ, ਨੋਕ ਝੋਕ ਵੀ ਹੋਵੇਗੀ, ਪਰ ਜਦੋਂ ਉਹ ਜਿਹੜਾ ਸਾਡਾ ਪਿਆਰਾ ਮਿੱਤਰ ਆ ਸਾਡੇ ਤੋਂ ਦੂਰ ਹੋ ਜਾਂਦਾ ਹੈ, ਫਿਰ ਇੱਕ ਜਿਹੜੀ ਅੰਦਰ ਖਾਲੀਪਨ ਆਉਂਦਾ ਹੈ, ਫਿਰ ਉਹ ਖਾਲੀਪਨ ਵਿਛੋੜੇ ਨੂੰ ਅਹਿਸਾਸ ਦਿੰਦਾ ਹੈ। ਫਿਰ ਸਮਝ ਆਉਂਦੀ ਹੈ ਕਿ ਉਹ ਜੀਵ ਮੇਰੇ ਜੀਵਨ 'ਚ ਕੀ ਮਾਇਨੇ ਰੱਖਦਾ ਹੈ, ਉਹ ਸੱਚਾ ਪ੍ਰੇਮ ਹੈ। ਫਿਰ ਉਹ ਵਿਛੋੜਾ ਬੈਰਾਗ ਨੂੰ ਪੈਦਾ ਕਰਦਾ ਹੈ। ਫਿਰ ਜੀ ਕਰਦਾ ਹੈ ਮੈਂ ਆਪਣੇ ਉਸ ਮਿੱਤਰ ਪਿਆਰੇ ਨੂੰ ਮਿਲਾਂ। ਇਵੇਂ ਹੀ ਜਦੋਂ ਅਹਿਸਾਸ ਹੁੰਦਾ ਹੈ ਕਿ ਮੈਂ ਪ੍ਰਮਾਤਮਾ ਤੋਂ ਵਿਛੜਿਆ ਹਾਂ, ਸਭ ਤੋਂ ਪਹਿਲਾਂ ਤੇ ਇਹ ਅਹਿਸਾਸ ਹੋਣਾ ਜ਼ਰੂਰੀ ਆ ਨਾ। ਸਾਡਾ ਤੇ ਇਹ ਅਹਿਸਾਸ ਹੀ ਨਹੀਂ ਬਣ ਪਾਇਆ, ਇਹ ਸਮਝ ਹੀ ਨਹੀਂ ਆ ਸਕੀ। ਪਦਾਰਥਾਂ ਨੇ, ਮਾਇਆ ਦੇ ਮੋਹ ਨੇ ਸਾਨੂੰ ਇਸ ਤਰੀਕੇ ਦੇ ਨਾਲ ਉਲਝਾਇਆ ਹੋਇਆ ਹੈ ਕਿ ਸਾਡਾ ਪਹਿਲਾ ਪਿਆਰ ਪ੍ਰਮਾਤਮਾ ਦਾ ਜੀਵਨ ਦੇ ਵਿੱਚੋਂ ਮਾਈਨਸ ਹੋਇਆ ਪਿਆ ਹੈ। ਸਾਡੀ ਜ਼ਿੰਦਗੀ ਪਦਾਰਥਾਂ ਤੋਂ ਚਾਲੂ ਹੁੰਦੀ ਹੈ, ਪਦਾਰਥਾਂ ਤੇ ਜਾ ਕੇ ਮੁੱਕ ਜਾਂਦੀ ਹੈ, ਕਿਉਂਕਿ ਅਸੀਂ ਸਿਰਫ ਪਦਾਰਥ ਹੀ ਸੋਚ ਰਹੇ ਹਾਂ। ਸਾਡੀ ਜ਼ਿੰਦਗੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਜੀਵਨ ਦੇ ਵਿੱਚ ਝਾਤੀ ਮਾਰੋ, ਸਵੇਰੇ ਉੱਠਦਿਆਂ ਤੁਹਾਡੇ ਜ਼ਿਹਨ ਵਿੱਚ ਪਹਿਲਾ ਖਿਆਲ ਕੀ ਹੈ? ਤੇ ਮਾਫ ਕਰਨਾ, ਸਾਡੇ ਜੀਵਨ ਦੇ ਵਿੱਚ ਪਹਿਲਾ ਖਿਆਲ ਹੀ ਪਦਾਰਥ ਦਾ ਹੈ। ਅੱਜ ਮੈਂ ਦੂਜੇ ਕੋਲੋਂ ਆਹ ਪੈਸੇ ਲੈਣੇ ਨੇ, ਅੱਜ ਮੈਂ ਉਹਨੂੰ ਦੇਣੇ ਨੇ, ਅੱਜ ਮੈਂ ਆਹ ਚੀਜ਼ ਲੈਣੀ ਹੈ, ਆਹ ਗੱਡੀ ਲੈਣੀ ਹੈ, ਆਹੀ ਧਿਆਨ ਆ। ਕਿ ਸਾਡੇ ਜਦੋਂ ਅਸੀਂ ਪਹਿਲੀ ਅੱਖ ਸਵੇਰੇ ਖੋਲੀ ਕਿ ਉਦੋਂ ਸਾਡੇ ਜ਼ਿਹਨ ਵਿੱਚ ਗੁਰੂ ਸੀ? ਜਦੋਂ ਅਸੀਂ ਪਹਿਲੀ ਅੱਖ ਜਦੋਂ ਸਵੇਰੇ ਖੁੱਲੀ ਕਿ ਉਹਦੇ ਵਿੱਚ ਸਾਡੇ ਸਤਿਗੁਰੂ ਦੀ ਯਾਦ ਸੀ? ਮਾਫ ਕਰਨਾ, ਬਿਲਕੁਲ ਵੀ ਨਹੀਂ। ਕਿਉਂਕਿ ਪਹਿਲਾ ਪਿਆਰ ਤੇ ਮਾਇਆ ਨੇ ਭੁਲਾ ਦਿੱਤਾ ਹੈ। ਸਾਡੇ ਜ਼ਿਹਨ ਵਿੱਚ, ਸਾਡੀ ਸੋਚ ਦੇ ਵਿੱਚ ਸਿਰਫ ਪਦਾਰਥ ਟਿਕੇ ਨੇ, ਸੰਸਾਰ ਟਿਕਿਆ ਹੈ। ਤੇ ਜਦ ਤੱਕ ਸੋਚਾਂ ਦੇ ਵਿੱਚ, ਵਿਚਾਰਾਂ ਦੇ ਵਿੱਚ, ਖਿਆਲਾਂ ਦੇ ਵਿੱਚ ਸੰਸਾਰ ਹੋਵੇਗਾ ਨਾ, ਤੇ ਸੰਸਾਰ ਇੱਕ ਉਹ ਚਿੱਕੜ ਦੀ ਨਿਆਈ ਹੈ ਜਿੱਥੇ ਸਿਰਫ ਗੰਦਗੀ ਹੀ ਗੰਦਗੀ ਮਿਲੂਗੀ। ਈਰਖਾ, ਨਫ਼ਰਤ, ਹਉਮੈ, ਅਹੰਕਾਰ, ਲੋਭ, ਲਾਲਚ ਇਹੀ ਕਰ ਕਰਨਗੇ। ਪਰ ਜਿੱਦਣ ਵੀਰ ਮੇਰਿਓ, ਭੈਣ ਮੇਰੀਓ, ਜਿੱਦਣ ਪਹਿਲੀ ਅੱਖ ਗੁਰੂ ਦੀ ਯਾਦ ਵਿੱਚ ਖੁੱਲੂਗੀ, ਸਤਿਗੁਰੂ ਦੇ ਪ੍ਰੇਮ ਦੇ ਵਿੱਚ ਖੁੱਲੂਗੀ, ਸਤਿਗੁਰੂ ਦੇ ਵਿਛੋੜੇ ਦੀ ਤੜਫ ਦੇ ਵਿੱਚ ਖੁੱਲੂਗੀ, ਉਦਣ ਹਿਰਦੇ ਵਿੱਚ ਸ਼ੁਭ ਗੁਣ ਆਉਣਗੇ। ਉਦਣ ਪ੍ਰੀਤ ਹੋਵੇਗੀ ਮਾਨਵਤਾ ਵਾਸਤੇ, ਉਦਣ ਇੱਕ ਦੂਸਰੇ ਦਾ ਸਤਿਕਾਰ ਹੋਵੇਗਾ, ਉਦਣ ਲੋਭ ਲਾਲਚ ਨਹੀਂ ਜੀਵਨ ਵਿੱਚ ਹੋਵੇਗਾ, ਉਦਣ ਸੰਤੋਖ ਹੋਵੇਗਾ। ਤੋ ਇਹਨੂੰ ਕਹਿੰਦੇ ਬੈਰਾਗ, ਚਾਉ ਪੈਦਾ ਹੋਣਾ, ਗੁਰੂ ਨੂੰ ਮਿਲਣ ਵਾਸਤੇ ਪਿਆਰ ਪੈਦਾ ਹੋਣਾ। ਇਹ ਪਿਆਰ ਉਦੋਂ ਪੈਦਾ ਹੁੰਦਾ ਹੈ ਜਦੋਂ ਵਿਛੋੜੇ ਦਾ ਅਹਿਸਾਸ ਹੁੰਦਾ ਹੈ ਕਿ ਮੈਂ ਸਤਿਗੁਰੂ ਦੇ ਹੁਕਮ ਤੋਂ ਦੂਰ ਹਾਂ, ਗੁਰੂ ਤੋਂ ਵਿਛੜਿਆ। ਤੇ ਸਤਿਗੁਰੂ ਕਹਿੰਦੇ ਮਨ ਬੈਰਾਗ ਪਿਆ, ਮੇਰੇ ਮਨ ਦੇ ਵਿੱਚ ਹੁਣ ਇਹ ਚਾਉ ਪੈਦਾ ਹੁੰਦਾ ਹੈ, ਇਹ ਪ੍ਰੇਮ ਪੈਦਾ ਹੁੰਦਾ ਹੈ, ਇਹ ਖੇੜਾ ਪੈਦਾ ਹੁੰਦਾ ਹੈ, ਇਹ ਬੈਰਾਗ ਪੈਦਾ ਹੁੰਦਾ ਹੈ।
दर्शन देखने का चाओ। मेरे मन विच चाह है, तांग है कि मैं हे निरंकार सोहणे प्रीतम परमात्मा जी, मैं तुहाडे दर्शन करां, मैं तुहाडे दीदार करां। हुण जदों मैं तुहाडे दर्शन करने ने ते वो समझ मैनूं लैणी बड़ी जरूरी है। हुण जदों ये चाओ पैदा होवेगा ना कि मैं परमात्मा दे दर्शन करने ने, ते उदों सही तरीके नाल जदों असीं गुरबाणी तो गाइडलाइन लवांगे ते सतगुरु समझाउणगे बई दर्शन करन वास्ते किसी पहाड़ां कलंदरां विच जाण दी लोड़ नहीं, किसी मूर्तियां नूं मत्थे टेकण दी लोड़ नहीं। जे तूं दर्शन करने चाहुंदा वा ना ते मानवता दे विच कर। बलिहारी कुदरत वसिया, कुदरत दे विच कादर वसदा है। कुदरत नूं समझण दी कोशिश कर, कादर नज़र आउण लग पवेगा। कादर नूं समझना शुरू कर, जीवन दे विच शुभ गुण आउणे शुरू हो जाणगे। कादर दे नाल रिश्ता पाउणा शुरू कर, करता पुरख परमात्मा दे नाल, सतनाम सतनाम सदा अटल रहण वाले वाहिगुरू दे नाल सांझ पाउणी शुरू कर। जिंदगी विच सच दी खुशबू आउण लग पवेगी। ਇਹ ਆ परमात्मा दे दर्शन, ਇਹ ਆ निरंकार दे दीदार करने, ਇਹ ਆ वाहिगुरू जी दे दीदार करने। ਜਦੋਂ शुभ गुण जीवन दे विच घर घर जाण तो ਸਾਹਿਬ ਕਹਿੰਦੇ मैं अपने आप ਨੂੰ ਵੱਡੀਆਂ ਭਾਗਾਂ ਵਾਲਾ ਸਮਝਣਾ है कि ਮੈਨੂੰ ਮਨੁੱਖਤਾ ਦਾ ਜੀਵਨ ਮਿਲਿਆ ਹੈ। ਤੇ हे ਮੇਰੇ ਪਾਤਸ਼ਾਹ, ਇਸ ਮਨੁੱਖਤਾ ਦੇ ਜੀਵਨ ਦੇ ਵਿੱਚ ਮੇਰੇ ਮਨ ਵਿੱਚ गुरु जी दियां गल्लां सुन के, गुरु धन सच्चे पातशाह दे कोलों तेरियां कहानियां सिफत सलाह सुन के हुण मेरा भी चित करदा है कि मैं तेरे दीदार करां। ये मेरे मन विच चाओ है तेरे दर्शन करन दा, तेरे नाल प्यार करन दा, तेरे नाल सांझ पाउण दा। मन बैराग पया दर्शन देखने का चाओ। धन सो तेरा थान रहाओ। धन का अर्थ हुंदा किसी का वड्डियां भागां वाला, बहुत किसी नूं एप्रीशिएट करना होवे, आपां कहने तू धन आ। सो तेरा थान, ओ सो दा अर्थ आ ओ शरीर, भाव आ जिहड़ा शरीर आ, थान निवास। सब कहंदे हे परमात्मा जी, ओ शरीर भागां वाले हन जिस विच तेरा वासा है, जिन्हां विच तू वसदा है, जिथे तेनू याद कीता जांदा है। कितनी प्यारी गल है। सब कहंदे ओ शरीर, ओ बॉडी बहुत ही सत्कारयोग है, जिस शरीर दे विच तेरी याद वसदी है, जिस शरीर दे विच तेरा प्रेम वसदा है। तो साहिब जी ने एक होर बड़ी प्यारी गल कही, कहंदे बिरहा बिरहा आखी है, बिरहा तू सुल्तान, जिस तन बिरहा ना उपजै, सो तन जान मसान। सब कहंदे जिस तन विच, जिस शरीर दे विच हे परमात्मा जी तुहाडा प्रेम नहीं ना जागिया, तुहाडे प्रति सांझ नहीं ना जागी, वो तन शमशान भूमि है, वो फ्यूनल घर आ, वो मौत का घर आ, जिथे तेरी बंदगी नहीं की जाती, तेरा प्रीत तेरे नाल नहीं पाई जाती, तेरे नाल सांझ नहीं पाई जाती। जिस बॉडी दे विचों, जिस शरीर दे विचों तेरे प्यार की गल नहीं उदय हो रही, वो शरीर शमशान भूमि है, वो मसान आ, वो जिउंदी जागदी लाश है, उहदे विच क्योंकि सच नहीं वसदा। धन सो तेरा थान, ओ शरीर, ओ बॉडी धन आ, जिथे तेरी याद वसदी है, तेरी बंदगी वसदी है, तेरा हुक्म वसदा है। ये रहाओ दीयां पंक्तियां ने। हुण रहाओ दी पंक्तियां विच सबजैक्ट है, मेरे मन विच हे परमात्मा जी तेरे नाल सांझ पाउण दा, तैनूं मिलण दा, तुहाडे दर्शन करन दी तांग पैदा हुई है, ये प्रेम पैदा होया है। ते मैं समझदा वो बॉडी बहुत वड्डियां भागां वाली है, जिहदे विच तू वसदा है, जिहदे विच तेरी याद वसदी है, जिहदे विचों मैं खत्म हो गई है, ते तेरा तेरा निमरता ते प्रेम ते हलीमी दे शब्द वस रहे ने। हुण पहले बंद है पावन शब्द दा, श्री राग महला पंजवां। तिचर वसै सोहेलड़ी, जिचर साथी नाल। तिचर रारे दे थल्ले औंकड़ है, उतना चिर
ਵਸੈ ਤੂੰ ਵਸੇਂਗੀ। ਸੁਹੇਲੜੀ, ਸੁਹੇਲੜੀ ਦਾ ਅਰਥ ਆ ਸੌਖੀ, ਬਿਲਕੁਲ ਈਜ਼ੀ ਵੇ ਦੇ ਵਿੱਚ ਸੌਖੀ। ਸਾਥੀ, ਜੀਵ ਆਤਮਾ। ਸਾਹਿਬ ਕਹਿੰਦੇ ਹੇ ਸਰੀਰ, ਹੁਣ ਸੰਬੋਧਨ ਕਰਦੇ ਨੇ, ਸਰੀਰ ਨਾਲ ਸਵਾਲ ਜਵਾਬ ਪੈਦਾ ਕੀਤੇ ਨੇ। ਕਹਿੰਦੇ ਹੇ ਸੋਹਣੇ ਸਰੀਰ, ਇਹ ਕਾਇਆ ਬੜਾ ਮਾਣ ਕਰਦੀ ਆ ਨਾ ਤੂੰ। ਮਨੁੱਖ ਨੂੰ ਆਪਣੇ ਸਰੀਰ ਦਾ ਬਹੁਤ ਮਾਣ ਜੇ। ਸ਼ੀਸ਼ੇ ਦੇ ਸਾਹਮਣੇ ਖੜ ਖੜ ਕੇ ਘੰਟਿਆਂ ਬੱਧੀ ਨਿਹਾਰਦੇ ਰਹਿਣਾ, ਆਪਣੇ ਸਰੀਰ ਦਾ ਮਾਣ ਕਰਨਾ, ਆਕੜ 'ਚ ਰਹਿਣਾ, ਹੰਕਾਰ 'ਚ ਰਹਿਣਾ, ਇਹ ਸਰੀਰ ਕਰਕੇ ਹੀ ਆ ਨਾ। ਤੇ ਜੇ ਮਨੁੱਖ ਮਾੜੀ ਜੀ ਅੰਦਰ ਝਾਤੀ ਮਾਰੇ, ਹੈ ਕੀ ਹੈ? ਸਤਿਗੁਰੂ ਕਹਿੰਦੇ ਵਿਸ਼ਟਾ ਅਸ਼ਟ ਰਕਤ ਪਰੇਟੇ ਚਾਮ। ਵਿਸ਼ਟਾ ਦਾ ਅਰਥ ਹੈ ਗੰਦਗੀ, ਰਕਤ ਖੂਨ, ਮਿੱਝ ਦੇ ਨਾਲ ਅੰਦਰ ਸਕੈਲਟਨ ਆ, ਇੱਕ ਬਾਡੀ ਹੈ, ਉਹਦੇ ਉੱਪਰ ਇੱਕ ਚਮੜੀ ਲਪੇਟੀ ਹੋਈ ਹੈ। जल की पीत पवन का थंबा, रक्त बूंद का गारा, हाड़ मास नाड़ी को पिंजर, पंखी बसै विचारा। ਉਹਦੇ ਵਿੱਚ ਆਤਮਾ ਬੈਠੀ ਹੈ। ਤੋ ਸਭ ਕਹਿੰਦੇ ਮਾਣ ਸਰੀਰ ਦਾ ਹੈ, ਮਾਣ ਕਾਇਆ ਦਾ ਹੈ, ਤੇ ਕਾਇਆ ਆਪਣੇ ਜੋਬਨ ਦੇ ਅਹੰਕਾਰ ਦੇ ਵਿੱਚ ਹੈ। ਇਸੇ ਕਰਕੇ ਮਨੁੱਖ ਦੂਸਰੇ ਦਾ ਸਤਿਕਾਰ ਨਹੀਂ ਕਰ ਪਾ ਰਿਹਾ, ਆਪਣੇ ਆਪ ਨੂੰ ਵੰਡ ਕੇ ਬੈਠਾ ਹੈ। ਮੈਂ ਸਿੱਖ ਹਾਂ, ਉਹ ਕਹਿੰਦਾ ਮੈਂ ਹਿੰਦੂ ਹਾਂ, ਉਹ ਕਹਿੰਦਾ ਮੈਂ ਮੁਸਲਮਾਨ ਹਾਂ, ਉਹ ਕਹਿੰਦਾ ਮੈਂ ਈਸਾਈ ਹਾਂ। तो सब कहते झाती मार तू की आ, अंदर की है? सुनो रे तू कौन, कहाँ ते आयो, ये तीना जानो, केतिक मुद्दत चलते खबर ना पायो। सब कहते झाती मार के वेख, ऐ सुन तू कौन आ, ऐ काया मैं तेनू सवाल कर रहा। जद तक तेरे विच तिचर वसै सोहेलड़ी, उन्ना चिर ही ये काया, ये बॉडी, ये शरीर, तू उन्ना चिर ही सुखी वसेंगी। कि कदों तक? जिचर साथी नाल, जद तक तेरे शरीर दे विच आत्मा वस रही है। बड़े साफ शब्द ने। सब कहते ये बॉडी, ये काया, ये शरीर उदों तक सौखा है जद तक विच आत्मा है। जिदण ये आत्मा उडारी मार के उड़ गई ना, उडण इस बॉडी नूं किसी ने घर नहीं रखना। भावें तू किसी का बाप है, भावें तू किसी का पुत्र है, भावें तू किसी की घर वाली है, भावें तू किसी का बच्चा है, परमात्मा ने उस दिन इस दुनिया ने तेनू एक सैकंड नहीं रखना, ते तेनू जाके साड़ आउणा है। ये तू उदों तक ही जिंदगी माणदी है जब तक आत्मा है तेरे विच। जब तक मनुख की बॉडी विच आत्मा है, जब तक शरीर दे विच आत्मा है, उदों तक ही इस शरीर दुनिया विच रहण दे काबिल है। जिदण इस शरीर चो आत्मा मुक गई, आत्मा उडारी मार गई, शरीर नूं किसी ने नहीं रखना। जां साथी उठ चलिया तां धन खाकूराल। जां साथी, जदों आत्मा रूपी साथी उठी चलिया, जदों इस शरीर दे विचों उठ के उडारी मार गया, ਤਾਂ ਧਨ ਖਾਕੂ ਰਾਲ। ਕਹਿੰਦੇ ਉਸ ਸਮੇਂ ਇਸ ਸਰੀਰ ਨੂੰ ਮਿੱਟੀ ਦੇ ਵਿੱਚ ਰਲਾ ਦੇਣਾ ਹੈ, ਮਿੱਟੀ ਦੇ ਵਿੱਚ ਸੁੱਟ ਦੇਣਾ ਹੈ, ਖਾਕ ਵਿੱਚ ਰਲ ਜਾਣਾ ਇਹ ਸਰੀਰ ਜਿਹੜਾ ਤੂੰ ਅਹੰਕਾਰ ਤੇ ਮਾਣ ਕਰ ਰਿਹਾ ਹੈ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ। ਸਭ ਕਹਿੰਦੇ ਉਹ ਮਨੁੱਖ ਬਹੁਤ ਭਾਗਾਂ ਵਾਲੇ ਨੇ ਜਿਸ ਦੇ ਮਨ ਦੇ ਵਿੱਚ ਤੇਰਾ ਪਿਆਰ ਪੈਦਾ ਹੋ ਗਿਆ ਹੈ, ਤੇਰੀ याद पैदा हो गई है, जिस दे मन विच तेरे दर्शनां दी तांग पैदा हो गई है, जिहदे मन विच इह चाओ पैदा हो गया है मैं परमात्मा नूं मिलना है। धन सो तेरा थान रहाओ। कहंदे ओ शरीर, ओ बॉडी, ओ जिस्म बहुत भागां वाला है जिस विच वाहिगुरू जी तुसीं वास करदे हो, जिथे तुहाडी याद वसदी है, जिथे तुहाडा प्रेम वसदा है, जिथे तुहाडा चिंतन वसदा है। रहाओ जिचर वसिया कंत घर, जियो जियो सब कहात। जिचर जदों तक वसिया रहिंदा है कंत, खसम रूपी जीव आत्मा, इस शरीर नूं चलाउण वाला जीव आत्मा। घर जियो जियो, जिंदा जिंदा, सारे कहते जी जी, आदर दे बचन, सत्कार, सभे कहात सारे कहते ने।
ਕਹਾਤ ਦਾ ਅਰਥ ਆ ਕਹਿਣਾ। ਸਾਹਿਬ ਕਹਿੰਦੇ ਹੇ ਸਰੀਰ, ਇਹ ਹੰਕਾਰ ਦੇ ਵਿੱਚ ਫਸੀ ਹੋਈ ਬੌਡੀ, ਹੇ ਜਿਸਮ, ਮੈਂ ਤੈਨੂੰ ਇੱਕ ਗੱਲ ਦੀ ਚੇਤਾਵਨੀ ਦੇਣਾ ਚਾਹੁੰਦਾ। ਜਿੰਨਾ ਚਿਰ ਤੇਰਾ ਖਸਮ, ਤੇਰੀ ਆਤਮਾ, ਤੇਰੀ ਜੀਵ ਆਤਮਾ ਤੇਰੇ ਬੌਡੀ ਦੇ ਵਿੱਚ, ਤੇਰੇ ਸਰੀਰ ਦੇ ਵਿੱਚ ਵਸਦੀ ਹੈ ਨਾ, ਆ ਜਿੰਨੇ ਸੰਸਾਰੀ ਲੋਕ ਨੇ ਸਾਰੇ ਉਦੋਂ ਤੱਕ ਹੀ ਤੇਰਾ ਆਦਰ ਕਰਨਗੇ, ਉਦੋਂ ਤੱਕ ਹੀ ਤੈਨੂੰ ਜੀ ਜੀ ਕਹਿ ਕੇ ਤੇਰਾ ਸਤਿਕਾਰ ਕਰਨਗੇ, ਜਦ ਤੱਕ ਤੇਰੇ ਵਿੱਚ ਸਵਾਸ ਚੱਲ ਰਹੇ ਨੇ, ਜਦ ਤੱਕ ਤੇਰੀ ਬੌਡੀ ਦੇ ਵਿੱਚ ਸਵਾਸ ਨੇ। ਤੇ ਜਿੱਦਣ ਇਹ ਉੱਡ ਗਏ, ਉੱਡਣ ਕੀ ਹੋਵੇਗਾ? ਜਾਂ ਉੱਠੀ ਚਲਸੀ ਕੰਤੜਾ, ਤਾਂ ਕੋਈ ਨਾ ਪੁੱਛੈ ਤੇਰੀ ਬਾਤ। ਉੱਠੀ ਦਾ ਅਰਥ ਹੈ ਉੱਠ ਕੇ, ਉਡਾਰੀ ਮਾਰ ਗਿਆ। ਚਲਸੀ ਚਲਾ ਜਾਏਗਾ, ਕੰਤੜਾ ਇਹ ਜੀਵਾਤਮਾ, ਕੰਤ ਜੀਵਾਤਮਾ ਰੂਪੀ ਪਤੀ ਕਹਿੰਦੇ ਹੇ ਆਤਮ, ਹੇ ਸਰੀਰ, ਹੇ ਬੌਡੀ, ਬਾਰ-ਬਾਰ ਮੈਂ ਕਹਿ ਰਿਹਾ, ਗੱਲ ਸਮਝ ਆ ਜਾਵੇ। ਕਾਇਆ ਨੂੰ ਸਤਿਗੁਰੂ ਜੀ ਕੁਐਸਚਨ ਮਾਰਕ ਕਰ ਰਹੇ ਨੇ, ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਹਿੰਦੇ ਆ ਜਿਹੜਾ ਤੂੰ ਅਹੰਕਾਰ ਕਰੀ ਜਾਣਾ ਨਾ, ਲਾਲਚ ਕਰਦਾ ਹੈ ਪਦਾਰਥਾਂ ਦਾ, ਮੈਂ ਮੇਰੀ ਵਿੱਚ ਖੁੱਭਿਆ ਰਹਿਣਾ, ਭਾਈ ਚੇਤਾ ਰੱਖ, ਇਹ ਜਦ ਤੱਕ ਵਿੱਚ ਆਤਮਾ ਵਾ ਨਾ, ਜੀਵ ਆਤਮਾ ਬੈਠਾ ਹੈ, ਉਦੋਂ ਤੱਕ ਹੀ ਹੈ ਸਰੀਰ ਦੇ ਮਾਇਨੇ। ਤੇ ਜਿੱਦਣ ਇਸ ਸਰੀਰ ਦੇ ਵਿੱਚੋਂ ਇਹ ਜੀਵ ਆਤਮਾ ਉਡਾਰੀ ਮਾਰ ਕੇ ਉੱਡ ਗਈ, ਤੁਰ ਜਾਵੇਗਾ, ਜਦੋਂ ਇਹ ਖਸਮ ਰੂਪੀ ਪਤੀ, ਆਤਮਾ ਰੂਪੀ ਪਤੀ ਸਰੀਰ ਦੇ ਵਿੱਚੋਂ, ਕਹਿੰਦੇ ਫਿਰ ਤੇਰੀ ਕਿਸੇ ਨੇ ਵੀ ਗੱਲ ਨਹੀਂ ਪੁੱਛਣੀ, ਇੱਕ ਸੈਕਿੰਡ ਵੀ ਤੈਨੂੰ ਕਿਸੇ ਨੇ ਨਹੀਂ ਪੁੱਛਣਾ। ਪਈੜੇ ਸੌ ਸੇਵ ਤੂੰ, ਸੌਹਰੜੇ ਸੁਖ ਵਸ। ਪੀੜ ਦਾ ਅਰਥ ਹੈ ਪੇਕਾ ਘਰ, ਮਾਪਿਆਂ ਦਾ ਘਰ, ਪੇਰੈਂਟਸ ਹੋਮ, ਮਾਪਿਆਂ ਦਾ ਘਰ। ਸੌ ਪਤੀ ਰੂਪੀ ਅਕਾਲ ਪੁਰਖ ਵਾਹਿਗੁਰੂ, ਸੌ ਦਾ ਅਰਥ ਆ ਖਸਮ, ਪਰਮਾਤਮਾ ਰੂਪੀ ਪਤੀ। ਸੇਵ ਤੂੰ, ਉਹਦੀ ਸੇਵਾ ਕਰ, ਉਹਨੂੰ ਚੇਤੇ ਕਰ, ਉਹਨੂੰ ਯਾਦ ਕਰ। ਸੌਰੜੇ ਪਤੀ ਦਾ, ਪਰਮਾਤਮਾ ਰੂਪੀ ਪਤੀ ਦਾ ਘਰ, ਸਹੁਰਾ ਘਰ, ਸੁਖ ਵਸ, ਉੱਥੇ ਸੁੱਖ ਨਾਲ ਰਹਿ ਸਕੇਗੀ। ਸਭ ਕਹਿੰਦੇ ਹੇ ਜਿੰਦੇ, ਹੇ ਕਾਇਆ, ਜਿੰਨਾ ਚਿਰ ਤੂੰ ਪੇਕੇ ਘਰ ਵਿੱਚ, ਹੇ ਆਤਮਾ ਤੂੰ ਪੇਕੇ ਘਰ ਦੇ ਵਿੱਚ, ਹੁਣ ਆਤਮਾ ਨੂੰ ਸੰਬੋਧਨ ਕਰ ਰਿਹਾ, ਪਹਿਲਾਂ ਸਰੀਰ ਨੂੰ ਸੰਬੋਧਨ ਕਰ ਰਹੇ ਸਨ, ਹੁਣ ਜੀਵ ਆਤਮਾ ਨੂੰ ਸੰਬੋਧਨ ਕਰ ਰਹੇ ਨੇ। ਹੁਣ ਜੀਵ ਆਤਮਾ ਦਾ ਪਤੀ ਹੈ ਪਰਮਾਤਮਾ। ਸਤਿਗੁਰ ਦਾ ਸਮਝਾਉਣ ਦਾ ਤਰੀਕਾ ਬੜਾ ਪਿਆਰਾ ਹੈ। ਕਿਤੇ ਕਾਇਆ ਨੂੰ ਫੀਮੇਲ ਵਿੱਚ ਰੱਖ ਕੇ ਜੀਵ ਆਤਮਾ ਨੂੰ ਮੇਲ ਵਿੱਚ ਰੱਖ ਕੇ ਗੱਲ ਸਮਝਾਈ ਹੈ। ਹੁਣ ਅਗਲੀ ਗੱਲ ਕੀਤੀ ਹੈ, ਜੀਵ ਆਤਮਾ ਨੂੰ ਫੀਮੇਲ 'ਚ ਰੱਖਿਆ ਹੈ ਤੇ ਪਰਮਾਤਮਾ ਨੂੰ ਮੇਲ ਵਿੱਚ ਰੱਖਿਆ ਹੈ, ਕਿਉਂਕਿ ਪਰਮਾਤਮਾ ਹੀ ਸਾਡੀਆਂ ਆਤਮਾਵਾਂ ਦਾ ਪਤੀ ਹੈ। ਤੋ ਸਾਹਿਬ ਕਹਿੰਦੇ ਹੇ ਜਿੰਦੇ, ਹੇ ਆਤਮਾ, ਜਿੰਨਾ ਚਿਰ ਤੂੰ ਸੰਸਾਰ ਰੂਪੀ ਪੇਕੇ ਘਰ ਦੇ ਵਿੱਚ ਆ ਨਾ, ਉਹਨਾਂ ਚਿਰ ਤੂੰ ਖਸਮ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਰੂਪੀ ਪਤੀ ਨੂੰ ਸਦਾ ਚੇਤੇ ਰੱਖ, ਆਪਣਾ ਫਰਜ਼ ਸਮਝ, ਉਹਦੇ ਹੁਕਮ ਦੇ ਵਿੱਚ ਚੱਲ। ਤੂੰ ਅਮਾਨਤ ਆ ਪਤੀ ਪਰਮਾਤਮਾ ਦੀ, ਅਮਾਨਤ ਆ ਤੂੰ ਸੋਹਣੇ ਨਿਰੰਕਾਰ ਦੀ, ਉਹਨੂੰ ਸਦਾ ਚੇਤੇ ਰੱਖ, ਉਹਦੇ ਹੁਕਮ ਵਿੱਚ ਚੱਲ, ਉਹਦੀ ਰਜ਼ਾ ਦੇ ਵਿੱਚ ਰਹਿ। ਫਿਰ ਕੀ ਹੋਵੇਗਾ? ਸੌਹਰੜੇ ਸੁਖ ਵਸ। ਤੂੰ ਸਹੁਰੇ ਘਰ ਵਿੱਚ ਜਦੋਂ ਪਰਮਾਤਮਾ ਰੂਪੀ ਪਤੀ ਦੇ ਘਰ ਵਿੱਚ ਜਾਵੇਂਗੀ ਨਾ, ਉੱਥੇ ਸੁਖੀ ਵਸੇਗੀ, ਉੱਥੇ ਕੋਈ ਦੁੱਖ ਨਹੀਂ ਹੋਵੇਗਾ। ਫਿਰ ਗੁਰ ਮਿਲ ਚੱਜ ਆਚਾਰ ਸਿੱਖ, ਤੁਤ ਕਦੇ ਨਾ ਲੱਗੈ ਦੁੱਖ। ਗੁਰ ਮਿਲ, ਸਭ ਕਹਿੰਦੇ ਗੁਰੂ ਸ਼ਬਦ ਰੂਪੀ ਸਤਿਗੁਰੂ ਸਾਹਿਬ ਦੇ ਨਾਲ ਮੁਲਾਕਾਤ ਕਰ, ਗੁਰੂ ਜੀ ਨਾਲ ਸਾਂਝ ਪਾ, ਚੱਜ ਆਚਾਰ ਸਿੱਖ। ਚੱਜ ਦਾ ਅਰਥ ਹੈ ਚੰਗੇ ਕੰਮ ਕਰਨ ਦੀ ਜੀਵਨ ਜਾਚ। ਆਪਾਂ ਕਹਿੰਦੇ ਨੂੰ ਚੱਜ ਹੀ ਕੋਈ ਨਹੀਂ, ਆਮ ਕਰਕੇ ਸੱਸਾਂ ਨੋਹਾਂ ਵਾਸਤੇ ਸ਼ਬਦ ਵਰਤਦੀਆਂ ਨੇ। ਕਿਤੇ ਨੋਹ ਕੋਲੋਂ ਕੋਈ ਗਲਤੀ ਹੋ ਜਾਵੇ ਨਾ ਤੇ ਸੱਸ ਤੁਰੰਤ ਕਹਿ ਦੇਵੇਗੀ ਇਹਨੂੰ ਤੇ ਕੋਈ ਚੱਜ ਆਚਾਰ ਹੀ ਕੋਈ ਨਹੀਂ ਦਿੱਤਾ। ਚੱਜ ਦਾ ਅਰਥ ਆ ਚੰਗੇ ਕੰਮ, ਚੰਗਾ ਕਿਰਦਾਰ ਜਿਹਨੂੰ ਸਿਰਜਣਾ। ਤੋ ਸਾਹਿਬ ਕਹਿੰਦੇ ਗੁਰਮਿਲ ਚੱਜ ਆਚਾਰ ਸਿੱਖ, ਗੁਰੂ ਦੀ ਮੱਤ ਤੇ ਚੱਲ, ਗੁਰੂ ਜੀ ਦੇ ਹੁਕਮ ਨੂੰ ਫਾਲੋ ਕਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਗੁਰੂ ਜੀ ਕੀ ਬਾਣੀ ਲਿਖੀ ਹੈ, ਜੋ ਗੁਰੂ ਜੀ ਉਪਦੇਸ਼ ਕਰ ਰਹੇ ਨੇ,
ਉਹਨਾਂ ਨੂੰ ਜੀਵਨ ਵਿੱਚ ਵਸਾ ਤੇ ਸਤਿਗੁਰ ਦੇ ਕੋਲੋਂ ਚੰਗੇ ਕੰਮ ਕਰਨ ਦੀ ਟੈਕਨੀਕ ਸਿੱਖ, ਆਚਾਰ, ਆਪਣਾ ਕਿਰਦਾਰ ਉੱਚਾ ਸੁੱਚਾ ਬਣਾਉਣ ਦੀ ਜੁਗਤੀ ਸਿੱਖ। ਤੁਧ ਕਦੇ ਨਾ ਲੱਗੇ ਦੁੱਖ। ਫਿਰ ਚੇਤਾ ਰੱਖੀ, ਤੂੰ ਕਦੀ ਵੀ ਦੁਖੀ ਨਹੀਂ ਹੋਏਗਾ। ਜਦੋਂ ਕਿਰਦਾਰ ਉੱਚਾ ਸੁੱਚਾ ਹੋਵੇਗਾ, ਕਰੈਕਟਰ ਦਾ ਧਨੀ ਹੋਵੇਗਾ, ਜੀਵਨ ਦੇ ਵਿੱਚ ਸ਼ੁਭ ਗੁਣ ਹੋਣਗੇ, ਚੰਗੇ ਸੁਭਾਅ, ਚੰਗਾ ਖਿਆਲ ਹੋਵੇਗਾ, ਫਿਰ ਤੂੰ ਕਦੀ ਵੀ ਦੁਖੀ ਨਹੀਂ ਹੋਵੇਗਾ, ਕਦੀ ਵੀ ਤੂੰ ਪਰੇਸ਼ਾਨੀ ਵਿੱਚ ਨਹੀਂ ਜਾਵੇਗਾ। ਸਭਨਾ ਸਹੁਰੇ ਵੰਜਣਾ, ਸਭ ਮੁਖ ਲਾਵਣ ਹਾਰ। ਸਭ ਕਹਿੰਦੇ ਜਿਤਨੇ ਵੀ ਇਸ ਸੰਸਾਰ ਰੂਪੀ ਘਰ ਦੇ ਵਿੱਚ ਇਹ ਮਨੁੱਖ ਬੈਠੇ ਨੇ ਨਾ, ਕੋਈ ਵੀ ਇੱਥੇ ਸਦੀਵੀ ਨਹੀਂ ਰਹਿਣਾ, ਨਾ ਕੋਈ ਇੱਥੇ ਅੱਜ ਤੱਕ ਰਿਹਾ ਹੈ ਤੇ ਨਾ ਕੋਈ ਰਹੇਗਾ। ਹਰ ਇੱਕ ਨੇ ਇਹ ਸੰਸਾਰ ਛੱਡ ਕੇ ਪ੍ਰਮਾਤਮਾ ਦੇ ਦੇਸ਼ ਵੱਲ ਨੂੰ ਤੁਰ ਜਾਣਾ ਹੈ। ਇਸ ਕਰਕੇ ਇਹ ਜੀਵ ਇਸਤਰੀਏ, ਆਪਣੇ ਜੀਵਨ ਦੇ ਵਿੱਚ ਚੰਗੇ ਕੰਮ ਅਪਣਾ, ਚੰਗੇ ਗੁਣ ਧਾਰਨ ਕਰ। ਪਤਾ ਨਹੀਂ ਕਿੱਦਣ ਉਸ ਪ੍ਰਮਾਤਮਾ ਦੇ ਘਰ ਤੋਂ ਸਾਹੀ ਦੀ ਚਿੱਠੀ ਆ ਜਾਵੇ ਤੇ ਤੈਨੂੰ ਤੁਰਨਾ ਪਵੇ। ਸੋਹਲਾ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਰੋਜ਼ ਪਾਤਸ਼ਾਹ ਜੀ ਇਹ ਗੱਲ ਸਮਝਾਉਂਦੇ, ਸੰਬਤ ਸਾਹਾ ਲਿਖਿਆ, ਮਿਲਕਰ ਪਾਓ ਤੇਲ, ਦੇਹੋ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਸਭ ਕਹਿੰਦੇ ਸਭ ਨੇ ਮੁਕਲਾਵਣਹਾਰ, ਸਾਰੀਆਂ ਵਿਆਹੀਆਂ ਜਾਣਗੀਆਂ, ਪ੍ਰਮਾਤਮਾ ਦੇ ਘਰ ਹਰ ਇੱਕ ਨੇ ਜਾਣਾ ਹੈ। ਇਸ ਕਰਕੇ ਇਸ ਸੰਸਾਰ ਨੂੰ ਸਦੀਵੀ ਸਮਝ ਕੇ ਨਾ ਬੈਠ। ਨਾਨਕ ਧਨ ਸੁਹਾਗਣੀ, ਜਿਨ ਸ਼ੈ ਨਾਲ ਪਿਆਰ। ਸਭ ਕਹਿੰਦੇ ਨਾਨਕ ਧਨ ਸੁਹਾਗਣੀ। ਸੁਹਾਗਣੀ ਦਾ ਅਰਥ ਹੁੰਦਾ ਸੁਹਾਗ ਵਾਲੀ, ਪਤੀ ਵਾਲੀ। ਕਹਿੰਦੇ ਹੇ ਪਤੀ ਵਾਲੀ ਸੁਹਾਗਣ ਜੀਵ ਇਸਤਰੀਏ, ਤੂੰ ਵੱਡਿਆਂ ਭਾਗਾਂ ਵਾਲੀ ਹੈ, ਜਿਹਦੇ ਨਾਲ ਸਦਾ ਪਤੀ ਪਰਮਾਤਮਾ ਵਾਹਿਗੁਰੂ ਰੂਪੀ ਨਿਰੰਕਾਰ ਵਸਦਾ ਹੈ। ਜਿਨ ਸ਼ੈ ਨਾਲ ਪਿਆਰ, ਜੋ ਹਰ ਵਕਤ ਪਤੀ ਪਰਮਾਤਮਾ ਵਾਹਿਗੁਰੂ ਨਾਲ ਪਿਆਰ ਪਾਉਂਦੀਆਂ ਹਨ, ਜੋ ਉਹਦੇ ਹੁਕਮ ਦੇ ਵਿੱਚ ਤੁਰਦੀਆਂ ਹਨ, ਉਹਦੀ ਰਜ਼ਾ ਦੇ ਵਿੱਚ ਤੁਰਦੀਆਂ ਹਨ। ਸੋ ਅੱਜ ਦਾ ਜਿਹੜਾ 93 ਨੰਬਰ ਸ਼ਬਦ ਹੈ, 23 ਨੰਬਰ 23 ਨੰਬਰ ਸ਼ਬਦ, 23ਵਾਂ ਨੰਬਰ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੈ। ਸ਼੍ਰੀ ਰਾਗ ਦੇ ਵਿੱਚੋਂ ਇਹ 93 ਨੰਬਰ ਸ਼ਬਦ ਹੈ। ਹੁਣ ਤੱਕ ਆਪਾਂ ਇੱਥੋਂ ਤੱਕ ਲੜੀਵਾਰ ਸ਼ਬਦਾਂ ਦੀ ਵਿਚਾਰ ਕਰਦੇ ਆ ਰਹੇ ਹਾਂ। ਅੱਜ ਦੇ ਸ਼ਬਦ ਵਿੱਚ ਸਤਿਗੁਰੂ ਜੀ ਚੇਤਾਵਨੀ ਦੇ ਰਹੇ ਨੇ, ਵਾਰਨਿੰਗ ਦੇ ਰਹੇ ਨੇ। ਕਹਿੰਦੇ ਹੇ ਮਨੁੱਖ, ਜੇ ਤੂੰ ਇਹ ਸੋਚਦਾ ਕਿ ਸ਼ਾਇਦ ਤੇਰੇ ਸਰੀਰ ਨੂੰ ਲੋਕੀ ਸਤਿਕਾਰ ਕਰਦੇ ਨੇ, ਤੇਰੀ ਬਾਡੀ ਨੂੰ ਸਨਮਾਨ ਕਰਦੇ ਨੇ, ਨਹੀਂ, ਇਹ ਜਦ ਤੱਕ ਵਿੱਚ ਆਤਮਾ ਨਾ, ਉਦੋਂ ਤੱਕ ਹੀ ਇਹ ਸਾਰੀ ਖੇਡ, ਇਹ ਤਮਾਸ਼ੇ ਜਿਹੜੇ ਨੇ ਲੱਗੇ ਹੋਏ ਨੇ। ਜਿੱਦਣ ਇਹ ਆਤਮਾ ਉਡਾਰੀ ਮਰ ਗਈ, ਇਸ ਸਰੀਰ ਨੂੰ ਤੇਰੇ ਨੂੰ ਕਿਸੇ ਨੇ ਨਹੀਂ ਸੰਭਾਲਣਾ, ਤੈਨੂੰ ਹਾਰ ਕੇ ਜਾਣਾ ਪੈਣਾ ਹੈ। ਤੈਨੂੰ ਫਿਊਨਲ ਹਾਊਸ ਤੱਕ ਲੈ ਜਾਣਾ, ਕਿਸੇ ਨੇ ਮਿੱਟੀ 'ਚ ਰਲਾ ਦੇਣਾ, ਕਿਸੇ ਨੇ ਪਾਣੀ 'ਚ ਸੁੱਟ ਦੇਣਾ। ਇਸ ਕਰਕੇ ਭਾਈ ਸੰਭਲ ਜਾ, ਚੰਗੇ ਚੱਜ ਆਚਾਰ ਗੁਰੂ ਦੇ ਕੋਲੋਂ ਸਿੱਖ, ਗੁਰੂ ਦੀ ਮੱਤ ਲੈ। ਅੱਜ ਗੁਰਪੁਰਬ ਦੇ ਉੱਤੇ ਆਪਾਂ ਇਹ ਤੇ ਵਾਅਦਾ ਕਰੀਏ ਨਾ ਕਿ ਸਤਿਗੁਰੂ ਜੀ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਜੀਵਨ ਦੇ ਵਿੱਚ ਪ੍ਰੈਕਟਿਸ ਕਰਨ ਦਾ। ਦੇਖੋ ਮੈਂ ਵੀ ਵਿੱਚ ਹੀ ਹਾਂ। ਗੁਰਬਾਣੀ ਇੱਕ ਪ੍ਰੈਕਟਿਸ ਹੈ, ਇੱਕ ਜੀਵਨ ਜਾਚ ਹੈ। ਜਦੋਂ ਅਸੀਂ ਜੀਵਨ ਦੇ ਵਿੱਚ ਇਹਨੂੰ ਫੋਲੋ ਕਰਾਂਗੇ ਨਾ, ਇੱਕ ਇੱਕ ਅੱਖਰ ਆਪਣੇ ਆਪ ਤੇ ਯੂਟੀਲਾਈਜ਼ ਕਰਦੇ ਜਾਵਾਂਗੇ, ਉਹਨੂੰ ਵਰਤਦੇ ਜਾਵਾਂਗੇ, ਤੇ ਹੌਲੀ ਹੌਲੀ ਜੀਵਨ ਬਦਲਦਾ ਜਾਵੇਗਾ। ਜੇ ਫਿਰ ਤੁਹਾਨੂੰ ਨਜ਼ਰ ਆਵੇਗਾ ਸਭ ਕੁਝ ਕਿ ਕਿਵੇਂ ਅਸੀਂ ਸੱਚ ਨੂੰ ਪਹਿਚਾਨਣਾ ਹੈ, ਫਿਰ ਦੂਜਿਆਂ ਦਾ ਦਰਦ ਮਹਿਸੂਸ ਹੋਵੇਗਾ, ਫਿਰ ਕਿਸੇ ਨਾਲ ਜੈਲਸੀ ਨਹੀਂ ਹੋਵੇਗੀ। ਤੋ ਇਹ ਸ਼ੁਭ ਗੁਣ ਧਾਰਨ ਕਰੀਏ, ਵਾਅਦਾ ਕਰੀਏ ਗੁਰੂ ਦੀ ਮੱਤ ਤੇ ਚੱਲਣ ਦਾ, ਤਾਂ ਸਾਡੇ ਗੁਰਪੁਰਬ ਮਨਾਏ ਸਫਲ ਹੋਣਗੇ। ਤੋ ਗੁਰੂ ਜੀ ਕਿਰਪਾ ਕਰਨ। ਬੇਅੰਤ ਭੁੱਲਾਂ ਗਲਤੀਆਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਗੁਰੂ ਸ਼ਬਦ ਨੂੰ ਆਪ ਤੱਕ ਪਹੁੰਚਾਉਂਦਿਆਂ ਹੋਈਆਂ ਨੇ। ਆਪ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜੋ ਗਲੋਬਲ ਗੁਰਬਾਣੀ ਵਿਚਾਰ WhatsApp ਗਰੁੱਪ ਦੇ ਫੈਮਿਲੀ ਦੇ ਵਿੱਚ ਸ਼ਾਮਲ ਨੇ, ਜੋ ਇੱਕ ਸਾਡਾ ਪਰਿਵਾਰ ਆ। ਸੋ ਗੁਰੂ ਜੀ ਕਿਰਪਾ ਕਰਨ ਜੀ। ਹੋਈਆਂ ਭੁੱਲਾਂ ਗਲਤੀਆਂ ਦੀ ਇੱਕ ਵਾਰੀ ਫਿਰ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।